ਪਾਣੀ ਪੂਣੀ ਦਾ ਲਾਤਾ ਬਾਈ ਜੀ ਤੇ ਨਰਮਾ ਆਪਣਾ ਤਾਂ ਬਹੁਤ ਸੋਹਣਾ ਖੜਾ ਵਧੀਆ ਹੈ ਪਾਗ ਲਾਏ ਬਾਬਾ ਜੀ ਹਾਂਜੀ ਤੇ ਮੈਂ ਜਗਾਰ ਨਾਲ ਕੀਤੀ ਸੀ ਗੱਲ। ਅੱਛਾ ਅੱਛਾ ਵੀਰ ਜੀ ਉਹ ਕਹਿੰਦੇ ਸੀਗੇ ਵੀ ਅਸੀਂ ਪਰਸੋਂ ਤੋਂ ਲੱਗ ਜਾਾਂਗੇ ਜੀ। ਹਾਂ ਚਲੋ ਠੀਕ ਹੈ ਫਿਰ। ਹਾਂਜੀ ਤੇ जैसे तो सेठ को जाके आई और मैं कोई काम जाके होना। हाँ तुम टेंशन ना लो, कोई ना मैं जा आऊँगा सेठ को। सत श्री अकाल सेठ जी। ਸਤਿ ਸ੍ਰੀ ਅਕਾਲ ਆ ਵੀ ਜਸਕਰਨ ਸਿੰਘ ਕੀ ਹਾਲ ਚਾਲ ਹੈ ਤੇਰੇ? ਵਧੀਆ ठीक ठाक सेठ जी। ਹੋਰ ਕਿਵੇਂ ਚੱਲਦੀ ਫਸਲਵਾੜੀ ਤੇਰੀ? फसल वाली ठीक है सेठ जी। ਖੇਤੋਂ ਆ ਰਹੇ ਹੈ? हाँ जी खेतों आए सेठ जी। ਠੀਕ ਹੈ, ਕਦੇ ਖੇਤਾਂ ਚੋਂ ਬਾਹਰ ਨਿਕਲ ਕੇ ਖਬਰਾਂ ਵੱਲ ਵੀ ਧਿਆਨ ਦੇ ਲਿਆ ਕਰੋ। ਕਿਵੇਂ ਕੀ ਗੱਲ ਹੋ ਗਈ ਸੇਠ ਜੀ? ਲੈ ਤੈਨੂੰ ਪਤਾ ਹੀ ਨਹੀਂ, ਗਵਰਨਮੈਂਟ ਨੇ ਜਿਹੜਾ ਆਰਡੀਨੈਂਸ ਬਿੱਲ ਪਾਸ ਕੀਤਾ ਕਿਸਾਨਾਂ ਵਾਸਤੇ, ਉਹਦੇ 'ਚ ਕੀ ਹੈ ਸੇਠ ਜੀ? ਉਸ ਬਿੱਲ ਵਿੱਚ ਸਾਫ਼ ਲਿਖ ਦਿੱਤਾ ਗਵਰਨਮੈਂਟ ਨੇ, ਸੈਂਟਰ ਸਰਕਾਰ ਨੇ ਜਿਹੜਾ ਬਿੱਲ ਪਾਸ ਕੀਤਾ ਹੈ, ਬਾਣੀਆਂ ਨਾਲ ਜਿਹੜਾ ਜ਼ਿਮੀਂਦਾਰਾਂ ਦਾ 9 ਮਾਸ ਵਾਲਾ ਰਿਸ਼ਤਾ ਸੀ ਉਹ ਬਿਲਕੁਲ ਹੁਣ ਖਤਮ ਕਰ ਦਿੱਤਾ। ਹੁਣ ਤੁਸੀਂ ਆਪਣੀ ਫਸਲ ਜਿੱਥੇ ਮਰਜ਼ੀ ਜਿਹਨੂੰ ਮਰਜ਼ੀ ਵੇਚੋ, ਜਿਹੜੇ 4 ਪੈਸੇ ਮਿਲਦੇ ਆ ਆਪਣੀ ਜੇਬ 'ਚ ਪਾਓ। ਪਰ ਸੇਠ ਜੀ ਹੁਣ ਅਸੀਂ ਆਪਦੀ ਫਸਲ ਕਿੱਥੇ ਵੇਚਾਂਗੇ? ਬਿਲਕੁਲ ਜਸਕਰਨ ਸਿੰਘ ਤੇਰੀ ਗੱਲ ਤੋਂ ਮੈਂ ਜਮਾ ਸਹਿਮਤ ਹਾਂ, ਪਰ ਹੁਣ ਮੇਰੇ ਹੱਥ ਵੱਸ ਨਹੀਂ ਨਾ ਰਿਹਾ। ਤੇ ਸੇਠ ਜੀ ਆਪਣੇ ਤਾਂ ਇੰਨੇ ਪੁਸ਼ਤਾਂ ਦੀ ਚੱਲੀ ਆ ਰਹੀ ਹੈ। ਦੇਖ ਜਸਕਰਨ ਸਿੰਘ ਤੇਰੇ ਸਿਰ 5 ਲੱਖ ਰੁਪਈਆ ਕਰਜ਼ਾ ਪਹਿਲਾਂ, 4 ਵਿਗੇ ਤੇਰੇ ਕੋਲ ਜ਼ਮੀਨ ਹੈ, ਫਸਲ ਤੂੰ ਸਾਨੂੰ ਵੇਚ ਨਹੀਂ ਸਕਦਾ। ਜਿੱਥੇ ਮਰਜ਼ੀ ਜਿਵੇਂ ਮਰਜ਼ੀ ਜਿਹਨੂੰ ਮਰਜ਼ੀ ਵੇਚ ਕੇ ਜੇ ਤਾਂ ਲੈਂਦਾ ਤਾਂ ਲਾ ਦੇ, ਮੈਂ ਤਾਂ ਤੈਨੂੰ ਸਿਰਫ ਟਾਈਮ ਦੇ ਸਕਦਾ ਫਸਲ ਵੇਚਣ ਤੱਕ ਦਾ। ਨਹੀਂ ਹਾਰ ਕੇ ਮੈਨੂੰ ਤੇਰੇ 4 ਵਿਗਿਆਂ 'ਤੇ ਕਬਜ਼ਾ ਕਰਨਾ ਪਊ, ਜੋ ਮੈਨੂੰ ਹਾਸਲ ਹੋਊ ਉਹ ਮੈਨੂੰ ਮਨਜ਼ੂਰ ਹੈ ਜਸਕਰਨ ਸਿੰਘ, ਮੈਂ ਇੰਨਾ ਕਰ ਸਕਦਾ। ਸੇਠ ਜੀ ਕੁਛ ਤਾਂ ਸੋਚੋ ਸਾਡੇ ਬਾਰੇ। ਹੁਣ ਤੱਕ ਸੋਚਦੀ ਆਏ ਆ ਜਸਕਰਨ ਸਿੰਘ, ਹੁਣ ਵੀ ਸੋਚੀ ਜਾਂਦੇ ਆ ਕਿ ਦਾਦਿਆਂ ਪੜਦਾਦਿਆਂ ਵੇਲੇ ਦੀ ਤੇਰੇ ਨਾਲ ਆੜਤ ਚੱਲੀ ਜਾਂਦੀ ਆ, ਬਸ ਉਸ ਨਾਤੇ ਤੈਨੂੰ ਆਪਣੀ ਫਸਲ ਵੇਚਣ ਤੱਕ ਦਾ ਟਾਈਮ ਦੇ ਸਕਦੇ ਆ ਜਸਕਰਨ ਸਿੰਘ, ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਕਰ ਸਕਦਾ, ਨਹੀਂ ਤਾਂ ਮਜਬੂਰਨ ਮੈਨੂੰ ਫਿਰ ਤੇਰੇ ਉਹ 4 ਕਿੱਲਿਆਂ 'ਤੇ ਵੀ ਕਬਜ਼ਾ ਕਰਨਾ ਪੈਣਾ। ਪਰ ਸੇਠ ਜੀ ਅਸੀਂ 4 ਵਿਗੇ ਜ਼ਮੀਨ ਤੇ ਇੰਨਾ ਕਰਜ਼ਾ 5 ਲੱਖ ਕਿਵੇਂ ਲਾਵਾਂਗੇ? ਉਹ ਤਾਂ ਜਸਕਰਨ ਸਿੰਘ ਦੇਖ ਹੁਣ ਮੇਰੇ ਹੱਥ ਵਸ ਹੈ ਨਹੀਂ ਨਾ ਕੁਝ ਵੀ, ਉਹ ਤਾਂ ਹੁਣ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਪਰ ਸੇਠ ਜੀ ਦੇਖ ਜਸਕਰਨ ਸਿੰਘ ਮੇਰੇ ਹੱਥ ਵਸ ਹੁੰਦਾ ਤਾਂ ਮੈਂ ਕਰ ਦਿੰਦਾ, ਹੁਣ ਤੂੰ ਜਾ ਸਕਦਾ। ਠੀਕ ਹੈ ਸੇਠ ਜੀ। रुको भाई साहब, मेरा नंबर है, हूँ मैं मिलना है मेरे साहब नाल एक बारी। चलो भाई जी मैं मिलना से एमएल साहब, आपको बाद में नंबर है, आप बाद में गल करनी आप एक बार बैठो, आपको बाद में नंबर है, बैठो। हाय मेरा रब्बा। ठीक है साहब, आप काम करवाने की कोशिश करना। ठीक है, जरूर हम कोशिश करेंगे। धन्यवाद। ओके, साहब एक आदमी और बैठा बाहर। जल्दी भेजो, मेरे पास टाइम नहीं है। सत श्री अकाल एमएलए साहब। सत श्री अकाल जी, ऊपर बैठो प्लीज। ਕਿਵੇਂ ਆਏ ਸਰਦਾਰ ਜੀ? एमएलए साहब ਸਾਡੇ ਤੇ ਬਹੁਤ ਵੱਡੀ ਵਿਪਤਾ ਪੈ ਗਈ ਹੈ ਜੀ, ਤੇ ਤੁਹਾਨੂੰ ਪਤਾ ਮੇਰੇ ਕੋਲੇ 4 ਕਿੱਲੇ ਜ਼ਮੀਨ ਹੈ ਤੇ ਆੜਤੀ ਨੇ ਮੇਰੇ ਸਿਰ ਤੇ 5 ਲੱਖ ਕਰਜ਼ਾ ਕੱਢਤਾ ਜੀ। ਹਾਂਜੀ, ਉਹਨਾਂ ਨੇ ਮੈਨੂੰ ਕਿਹਾ ਵੀ ਇੱਕ ਵਾਰੀ ਫਸਲ ਵੇਚਣ ਦਾ ਇਹਦਾ ਟਾਈਮ ਹੈ, ਨਹੀਂ ਤਾਂ ਉਹ ਮੇਰੀ ਜ਼ਮੀਨ ਤੇ ਕਬਜ਼ਾ ਕਰ ਲੈਣਗੇ, ਤੇ ਤੁਸੀਂ ਮੇਰੀ ਮਦਦ ਕਰੋ, ਮੈਂ ਬਹੁਤ ਜ਼ਿਆਦਾ ਮੁਸੀਬਤ 'ਚ ਹਾਂ। एमएलए साहब मेरी मदद करो ਤੁਸੀਂ। देखो सरदार जी, पैसा सोच समझ के ਚੱਕਿਆ ਕਰੋ। ਤੁਹਾਨੂੰ ਪਤਾ ਵੀ ਤੁਹਾਡੇ ਕੋਲ ਜ਼ਮੀਨ ਥੋੜੀ ਹੈ, तो थोड़ा पैसा ਚੱਕਿਆ ਕਰੋ। ਹੁਣ ਸਰਕਾਰ ਨੇ ਜ਼ਮੀਂਦਾਰ ਔਰ ਆੜਤੀ ਦੇ ਵਿੱਚ ਲਿੰਕ ਜੋ ਹੈ ਖਤਮ ਕਰ ਦਿੱਤਾ, ਪਰ ਆੜਤੀ ਨੇ ਤਾਂ ਹੁਣ ਪੈਸਾ ਤੁਹਾਡੇ ਤੋਂ ਲੈਣਾ ਹੀ ਹੈ। ਇਹਦੇ 'ਚ ਮੈਂ ਤੁਹਾਡੀ ਕੀ ਮਦਦ ਕਰ ਸਕਦਾ? ਪਰ ਸਰਦਾਰ नमस्कार दोस्तों, मैं हेलो। हाँ बलदेव, वो काम हो गया कि वो काम अपने हथों नहीं जाना चाहिए था। थोड़ी देर बाद बैग को लग रही, मैं जरूरी काम से बाहर जा रहे हैं किधर। ठीक है सरदार जी, थोड़ा भी काम देखने हैं। चलो भी गाड़ी निकालो, मीटिंग में जाना है। बॉलीवुड में बैठे गंदी नाली के कीड़े जो बॉलीवुड को खुद के अपनी बाप की रियासत समझते हैं, आज ये अर्नब बिजलानी बॉलीवुड के उन हरामखोरों का पर्दाफाश करेगा। और आज हमारे साथ इस डिबेट में जुड़ने जा रहे हैं सिद्धू जी और मिश्रा जी। तो सिद्धू जी, सुशांत सिंह के इंसाफ को लेकर और बॉलीवुड में फैले ड्रग्स के काले जाल को लेकर आप क्या कहना चाहेंगे? धन्यवाद, आपने मुझे बोलने का मौका दिया। सबसे पहले मैं आपका ध्यान हटाते हुए किसान मुद्दे के बारे में थोड़ा बोलना चाहूंगा। सिद्धू जी, मैं आपके बारे में, मैं आपसे सुशांत सिंह के बारे में बात करने जा रहा हूं और आप क्या बोल रहे हैं? सदियों से किसानों को दबाया जा रहा है। सुशांत सिंह के बारे में मैं आपसे सवाल कर रहा हूं। सिद्धू, कोई बात नहीं, सुशांत सिंह के बारे में सवाल करने जा रहा हूं। इस बिल के बारे में मिश्रा जी, आप क्या कहना चाहेंगे? मिश्रा जी, सुशांत सिंह को लेकर आप क्या कहना चाहेंगे?
किसानों को क्यों नहीं सिद्धू चुप कीजिए आप। मिश्रा जी क्यों नहीं बोलने दिया जाता? आप चुप रहिए, आप चुप रहिए। शट अप, शट अप। मिश्रा जी आप बोलिए, मिश्रा जी आप बोलिए। किसान आत्महत्या करते हैं, आप चुप रहिए। सिद्धू पंजाब चुप रहिए। शट अप, शट अप सिद्धू। मिश्रा जी आप बोलिए। जो बॉलीवुड के स्टार हैं सुशांत सिंह जी, सिद्धू जी आप चुप रहिए। मिश्रा जी की बात सुनिए। मिश्रा जी किसान का मुद्दा उठाकर उनके मुद्दे को दबाया जा रहा है। जनता खड़ी है उनके इंसाफ के लिए, उनके माता पिता भी उनके इंसाफ के लिए लड़ रहे हैं और सब देशवासी इकट्ठे हो रखे हैं और किसान के मुद्दे को उठाकर उनके मुद्दे को दबाया जा रहा है। ये बॉलीवुड के जितने भी हरामखोर हैं इन सब की बदौलत से ये सुशांत सिंह को इंसाफी हो रही है। इनको इंसाफ दिलाना है, जरूर दिलाना है। माफ कीजिएगा, मैं सिद्धू जी और मिश्रा जी आपको रोकना चाहता हूं। इस समय हमारे साथ बांद्रा वेस्ट से शर्मा जी जुड़े हुए हैं, जो कि ड्रग्स के मुद्दे और सुशांत सिंह को इंसाफ दिलाने के लिए हमारे साथ जुड़े हुए हैं। शर्मा जी, क्या आप मेरी आवाज सुन पा रहे हैं? शर्मा जी बोलिए। हाँ जी अर्णव जी नमस्कार। मेरा आपको सुशांत सिंह के इंसाफ को लेकर ये आप क्या अपने कहना चाहते हैं? राजनीति मुद्दे बोलिए। चक रहे हैं, इनका यहाँ पर अभी फिलहाल कोई काम नहीं है। हमें सुशांत सिंह पर ध्यान देना चाहिए, उनके केस को न्याय मिलना चाहिए, हमें उन्हें इंसाफ दिलाना पड़ेगा, चाहे हमें सीबीआई की क्यों ना जरूरत पड़ जाए। लीजिए सर पैसे। नेताजी कह रहे हैं सारा दिन ब्रेकिंग न्यूज चलनी चाहिए। नेताजी को बोल दीजिए कि बेफिक्र रहिए, आपकी पार्टी का नाम हम आने नहीं देंगे, जी ठीक है? सर। और आप लोग नए नए बंदे डिबेट में भेजते रहिए। जी सर। और पैसों की टेंशन बिल्कुल मत करिए। ओके सर। ठीक है? ओके सर, थैंक यू सर। गुड आफ्टरनून। सर केंद्रीय सरकार ने नया किसान बिल निकाला है जिसके कारण किसान काफ़ी भड़क चुके हैं, तो इनकी न्यूज़ अपने को अपने चैनल पर चलानी चाहिए। देखिए प्रदीप, हमें मसालेदार न्यूज़ चाहिए जो हमें बॉलीवुड से मिलेगी। किसानों से हमें कोई मतलब नहीं है। इनका तो क्या है, ये 4 दिन सड़कों पे रहेंगे और 5वें दिन ये भाग जाएंगे जब पुलिस लाठीचार्ज करेगी। तो ना ही लोग इसमें इंटरेस्ट लेते हैं। हमें वो न्यूज़ चाहिए जो चैनल की TRP बढ़ाए, जिससे जसकरण सेठ को गए सी की होया ਬਾਈ ਜੀ ਉਹ ਕਹਿੰਦੇ ਕੋਈ ਸਰਕਾਰ ਨੇ ਬਿੱਲ ਬੁੱਲ ਪਾਸ ਕੀਤਾ ਹੈ, ਹੁਣ ਆਪਾਂ ਆਪਦੀ ਕੋਈ ਫਸਲ ਤਾਂ ਉਹਨਾਂ ਕੋਲ ਵੇਚ ਸਕਦੇ ਨਹੀਂਗੇ ਤੇ ਆਪਣਾ ਕਰਜ਼ਾ ਵੀ ਬਹੁਤ ਜ਼ਿਆਦਾ ਹੋ ਰੱਖਿਆ ਹੈ। 5 ਲੱਖ ਤੋਂ ਉੱਤੇ ਉਹਨਾਂ ਨੇ ਕਰਜ਼ਾ ਦੱਸਿਆ। ਹੁਣ ਜਦੋਂ ਆਪਾਂ ਉਹਨਾਂ ਕੋਲ ਫਸਲ ਹੀ ਨਹੀਂ ਵੇਚ ਸਕਦੇ ਤਾਂ ਕਰਜ਼ਾ ਲਾਵਾਂ ਕਿਵੇਂ? ਤੇ ਉਹਨਾਂ ਨੇ ਕਿਹਾ ਵੀ ਫਸਲ ਵੇਚਣ ਤਾਂ ਇਹਦਾ ਟਾਈਮ ਹੈ ਤੁਹਾਡੇ ਕੋਲੇ, ਨਹੀਂ ਤਾਂ ਆਪਣੀ ਉਹ ਜ਼ਮੀਨ ਨਿਲਾਮ ਕਰ ਦੇਣਗੇ। ਤੇ ਆਪਾਂ ਹੁਣ ਫਿਰ ਕੀ ਕਰਾਂਗੇ? ਬਾਈ ਜੀ ਮੈਨੂੰ ਵੀ ਸਮਝ ਨਹੀਂ ਆ ਰਿਹਾ ਹੈਗਾ, ਮੈਂ ਤਾਂ ਆਪ ਹੁਣ ਤੱਕ ਚੁੱਕਾ। ਬਾਪੂ ਤੂੰ ਟੈਨਸ਼ਨ ਨਾ ਲੈ, ਟਾਈਮ ਸਿਰ ਦਵਾਈ ਖਾਇਆ ਕਰ ਆਪਦੀ। ਨਾਲੇ ਤਾਇਆ ਜਿੰਨਾ ਚਿਰ ਸਾਰੇ ਕਿਸਾਨ ਏਕਤਾ ਨਹੀਂ ਕਰਦੇ ਨਾ ਉਹਨਾਂ ਚਿਰ ਕੁਛ ਨਹੀਂ ਵੱਟਿਆ ਜਾਣਾਗਾ। ਕਿਸਾਨਾਂ ਨਾਲ ਤਾਂ ਸ਼ੁਰੂ ਤੋਂ ਹੀ ਧੱਕਾ ਹੁੰਦਾ ਆ, ਚਾਹੇ ਉਹ ਅੰਗਰੇਜ਼ਾਂ ਵੇਲੇ ਦਾ ਟਾਈਮ ਸੀ ਚਾਹੇ ਅੱਜ ਦੀਆਂ ਸਰਕਾਰਾਂ। ਪਾਰਟੀਆਂ ਬਦਲ ਜਾਂਦੀਆਂ, ਨੇਤੇ ਬਦਲ ਜਾਂਦੇ ਆ, ਪਰ ਕਿਸਾਨ ਉੱਥੇ ਦੇ ਉੱਥੇ ਹੀ ਹੈ। ਪਰ ਪੁੱਤ ਆਪਾਂ ਫਿਰ ਕਰ ਵੀ ਕੀ ਸਕਦੇ? ਤਾਇਆ ਆਪਾਂ ਨੂੰ ਧਰਨੇ ਦੇਣੇ ਪੈਣਗੇ। ਮੈਂ ਪਿੰਡ ਤੇ ਜਾ ਕੇ ਸਾਰੇ ਨੌਜਵਾਨਾਂ ਨੂੰ ਪਿੱਛੇ ਲਾਉਣਾ ਹੈ। ਕੱਲ੍ਹ ਆਪਾਂ ਪਿੰਡ ਦੀ ਸੱਥ ਤੇ ਜਾ ਕੇ ਧਰਨਾ ਪ੍ਰਦਰਸ਼ਨ ਕਰੀਏ, ਤੇ ਜੇ ਗੱਲ ਨਹੀਂ ਬਣਦੀ ਤਾਂ ਸ਼ਹਿਰ ਜਾ ਕੇ ਚੱਕੇ ਜਾਮ ਕਰੀਏ, ਫਿਰ ਕੁਛ ਨਾ ਕੁਛ ਆਪਾਂ ਨੂੰ ਹੱਕ ਮਿਲਣਗੇ ਆਪਣੇ। ਹਾਂ ਠੀਕ ਹੈ ਜੀ। ਦੇਖ ਲਓ ਪੁੱਤ ਜਿਵੇਂ ਤੁਹਾਨੂੰ ਠੀਕ ਲੱਗੇ। ਜਿਵੇਂ ਮੇਰੇ ਵੀਰੋ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਆਪਾਂ ਨੌਜਵਾਨ ਤੇ ਬਜ਼ੁਰਗ ਇੱਥੇ ਕਿਉਂ ਇਕੱਠੇ ਹੋਏ ਆ। ਕੇਂਦਰ ਸਰਕਾਰ ਜਿਹੜਾ ਬਿੱਲ ਲੈ ਕੇ ਆਈ ਹੈ ਇਹ ਕਿਸਾਨਾਂ ਵਾਸਤੇ ਇੱਕ ਬਹੁਤ ਹੀ ਮਾੜੀ ਗੱਲ ਹੈ। ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਨੂੰ ਲੁੱਟਦੀ ਆਈ ਹੈ ਤੇ ਹੁਣ ਫਿਰ ਇਸ ਵਾਰ ਕਿਸਾਨਾਂ ਦੇ ਗੁੱਝੀਆਂ ਸੱਟਾਂ ਮਾਰੀਆਂ ਗਈਆਂ। ਮੇਰੇ ਵੀਰੋ ਤੁਹਾਨੂੰ ਬੇਨਤੀ ਹੈ ਕਿ ਜਿਹੜੇ ਧਰਨੇ ਪ੍ਰਦਰਸ਼ਨ ਪਿੰਡਾਂ ਚੱਲ ਰਹੇ ਆ ਉਹ ਰੁਕਣੇ ਨਹੀਂ ਚਾਹੀਦੇਗੇ ਜਿੰਨਾ ਚਿਰ ਸਰਕਾਰ ਨੂੰ ਪਤਾ ਨਹੀਂ ਚੱਲਦਾਗਾ, ਕਿਉਂਕਿ ਹਰ ਵਾਰ ਕਿਸਾਨ ਨੂੰ ਦਬਾਇਆ ਜਾਂਦਾ ਹੈ। ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਨੂੰ ਦਬਾਉਂਦੀਆਂ ਰਹੀਆਂ। ਜਦੋਂ ਵੀ ਕਿਸਾਨ ਅਫੀਮ ਦੀ ਖੇਤੀ ਦੀ ਗੱਲ ਕਰਦਾ ਹੈ ਉਦੋਂ ਹੀ ਸਰਕਾਰ ਕਹਿ ਦਿੰਦੀ ਕਿ ਨਾਲ ਨਸ਼ਾ ਫੈਲਦਾ ਹੈ, ਲੇਕਿਨ ਉਹੀ ਸਰਕਾਰ ਜਦੋਂ ਆਪਦੇ ਫਾਰਮਾਂ ਦੇ ਵਿੱਚ ਅਫੀਮ ਵਜਾਉਂਦੀ ਹੈ ਉਦੋਂ ਨਸ਼ਾ ਨਹੀਂ ਫੈਲਦਾ, ਲੇਕਿਨ ਜਿੱਥੇ ਕਿਸਾਨ ਬੋਲਦਾ ਉੱਥੇ ਉਹਨੂੰ ਦਬਾਇਆ ਜਾਂਦਾ ਹੈ। ਕੇਂਦਰ ਸਰਕਾਰ ਜੋ ਬਿੱਲ ਲੈ ਕੇ ਆਈ ਹੈ ਇਹਦੇ ਵਿੱਚ ਬਹੁਤ ਗਲਤ ਚੀਜ਼ਾਂ ਹੈ, ਪਰ ਇਹਦੇ ਵਿਰੋਧ ਦੇ ਨਾਲ ਨਾਲ ਆਪੇ ਦਾ ਸਮਰਥਨ ਵੀ ਕਰਦੇ ਆ। ਪਰ ਉਹ ਤੋਂ ਵੱਡੇ ਜ਼ੁਲਮ ਕਿਸਾਨਾਂ ਤੇ ਸ਼ੁਰੂ ਤੋਂ ਹੁੰਦੇ ਆਏ ਹੈ, ਜਿਵੇਂ ਕਰਜ਼ਾ ਮਾਫ। ਹਰ ਕਿਸਾਨ ਉੱਤੇ ਲੱਖਾਂ ਦਾ ਕਰਜ਼ਾ ਹੈ, ਜਿਹਦਾ ਕਿਸਾਨ ਜਿਹੜਾ ਉਹਦਾ ਵਿਆਜ ਵੀ ਨਹੀਂ ਭਰ ਸਕਦਾ ਆਪਦੀ ਫਸਲ ਵੇਚ ਕੇ। ਤੇ ਸਾਡੀ ਸਰਕਾਰਾਂ ਨੂੰ ਇਹੀ ਬੇਨਤੀ ਹੈ ਕਿ ਸਾਡੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ। ਜੇ ਮਾਫ ਨਹੀਂ ਕਰ ਸਕਦੇ ਤਾਂ ਸਾਨੂੰ ਨਾ ਤੁਹਾਡੀ ਵੋਟਾਂ ਦੀ ਜ਼ਰੂਰਤ ਹੈ ਨਾ ਤੁਹਾਡੇ ਅਹੁਦਿਆਂ ਦੀ ਜ਼ਰੂਰਤ ਹੈ। ਪਾਰਟੀਆਂ ਬਦਲਦੀਆਂ ਰਹਿੰਦੀਆਂ, ਨੇਤੇ ਬਦਲਦੇ ਰਹਿੰਦੇ, ਪਰ ਕਿਸਾਨ ਸਦਾ ਉੱਥੇ ਦੇ ਉੱਥੇ ਹੀ ਹੈ। ਕਿਸਾਨਾਂ ਦੇ ਨਾਲ ਕਿੰਨਾ ਧੱਕਾ ਹੁੰਦਾ ਤੇ ਕਿੰਨਾ ਜ਼ੁਲਮ ਹੁੰਦਾ ਹੈ ਇਸ ਚੀਜ਼ ਦਾ ਅੰਦਾਜ਼ਾ ਇੱਥੋਂ ਲੱਗ ਸਕਦਾ ਹੈ ਕਿ ਹਰ ਕਰਮਚਾਰੀ, ਹਰ ਸਰਕਾਰੀ ਕਰਮਚਾਰੀ ਜਾਂ ਬਾਬੂ ਉਹਦਾ ਟਾਈਮ ਸਿਆਲਾਂ ਦੇ ਵਿੱਚ ਚੇਂਜ ਕਰਕੇ ਲੇਟ ਕਰ ਦਿੱਤਾ ਜਾਂਦਾ ਹੈ, ਕਿਉਂਕਿ ਠੰਡ ਹੈ ਟਾਈਮ ਚੇਂਜ ਕਰ ਦਿਓ। ਪਰ ਕਿਸਾਨਾਂ ਨੂੰ ਰਾਤ ਦੇ 2-2 ਵਜੇ ਤਾਈਂ ਮੋਟਰ ਛੱਡੀ ਜਾਂਦੀ ਹੈ, ਰਾਤ ਦੇ 10 ਵਜੇ ਤਾਈਂ ਟਾਈਮ ਦਿੱਤਾ ਜਾਂਦਾ ਹੈ। ਕਿਉਂ? ਕਿਸਾਨ ਕੋਈ ਬੰਦਾ ਨਹੀਂ, ਕਿਸਾਨ 'ਚ ਜਾਨ ਨਹੀਂ ਗਈ, ਲੇਕਿਨ ਕਿਸਾਨ ਨਾਲ ਸ਼ੁਰੂ ਤੋਂ ਆਈ ਧੱਕਾ ਹੁੰਦਾ ਆਇਆ।
दे नहीं दे सकते। चल रहा भाई यहाँ पे किससे परमिशन लिए तुम लोगों ने? सर जी वो किससे सर जी? डबल गाड़ी में चलो गाड़ी में चलो तुम लोग यहाँ से क्या लगे यहाँ पे चलो हटो यहाँ से घर पे। ਦੇਖੋ ਸਰਦਾਰ ਜੀ, ਜੋ ਧਰਨਾ ਪ੍ਰਦਰਸ਼ਨ ਦੇ ਕੰਮ ਹੁੰਦੇ ਨੇ ਇਹ ਪਰਮਿਸ਼ਨ ਲੈ ਕੇ ਹੁੰਦੇ ਨੇ, ਨਾ ਹੀ ਤਾਂ ਤੁਸੀਂ ਪਰਮਿਸ਼ਨ ਲਈ ਉਹ ਨਾ ਹੀ ਮੇਰੇ ਤੋਂ ਪੁੱਛਿਆ। ਹੁਣ ਪੁਲਿਸ ਤੁਹਾਡੇ ਮੁੰਡੇ ਨੂੰ ਚੱਕ ਕੇ ਲੈ ਗਈ ਹੈ ਔਰ ਤੁਸੀਂ ਮੇਰੇ ਕੋਲ ਆ ਗਏ ਹੋ। ਇਹਦੇ 'ਚ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਸਰਕਾਰ ਤੁਹਾਡੇ ਵਾਸਤੇ ਕੁਝ ਕਰੇ ਤਾਂ ਤੁਹਾਡੀ ਪ੍ਰੋਬਲਮ, ਨਾ ਕਰੇ ਤਾਂ ਤੁਹਾਡੀ ਪ੍ਰੋਬਲਮ। ਤੁਹਾਡੀ ਕਿਸਾਨਾਂ ਦੀ ਆਏ ਦਿਨ ਦੀ ਸਮੱਸਿਆ ਹੈ, ਤੁਸੀਂ ਵਾਰ-ਵਾਰ ਗੇੜੇ ਨਾ ਲਾਓ, ਤੁਸੀਂ ਜਾ ਸਕਦੇ ਹੋ। ਐਮਐਲਏ ਸਾਹਿਬ, ਤੁਹਾਨੂੰ ਪਤਾ ਹੀ ਹੈ ਕਿਸਾਨ ਕਿੰਨੇ ਦੁਖੀ ਹਨ। ਅਸੀਂ ਤਾਂ ਬਿਲਕੁਲ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸੀ ਤੇ ਪੁਲਿਸ ਆਈ, ਸਾਡੇ ਬੱਚਿਆਂ ਨੂੰ ਚੱਕ ਕੇ ਲੈ ਗਈ। ਹੁਣ ਤੁਹਾਡੇ ਕੋਲ ਨਾ ਜਾਈਏ, ਦੱਸੋ ਕਿਹਦੇ ਕੋਲ ਜਾਈਏ? ਐਮਐਲਏ ਸਾਹਿਬ, ਜੋ ਵੀ ਕੁਝ ਕਰ ਸਕਦੇ ਹੋ ਉਹ ਤੁਸੀਂ ਕਰ ਸਕਦੇ ਹੋ, ਤੁਹਾਡੇ ਤੋਂ ਇਲਾਵਾ ਸਾਡੇ ਕੋਲ ਕੋਈ ਆਸ ਨਹੀਂ। ਨਹੀਂ, ਮੈਂ ਤੁਹਾਡੇ ਵਾਸਤੇ ਕੁਝ ਨਹੀਂ ਕਰ ਸਕਦਾ, ਤੁਸੀਂ ਜਾ ਸਕਦੇ ਹੋ। ਅਸੀਂ ਤਾਂ ਬਹੁਤ ਉਮੀਦ ਲੈ ਕੇ ਆਏ ਤੁਹਾਡੇ ਕੋਲ ਐਮਐਲ ਸਾਹਿਬ। ਨਹੀਂ, ਜਾਓ ਤੁਸੀਂ। ਚਲੋ ਬਾਈ ਜੀ। ਚਲੂੰਗਾ ਜੀ, ਸਤਿ ਸ੍ਰੀ ਅਕਾਲ ਜੀ। मिश्रा जी, बंदे अंदर देख परख कर भेजा करो, हर एक कोई मुंह उठाकर अंदर आ जाता है। ठीक है भाई मैं तो कुछ भी समझ नहीं आ रहा है, पता नहीं अपना की। जैसे तू हौसला रख, कुछ नहीं होता। इतने बैठ, दवाइयाँ ले और मैं थाने जाके आना। सरदार जी, ये तो आप आ गए, तब इसको छोड़ रहा हूँ आज, ठीक है? और इसको समझा देना बाकी तो, ये दंगेबाजी ज़्यादा कर रहा है मार्केट में आजकल। बच्चा है थानेदार जी, हम गलती नहीं होगी। ठीक है, धरने धुरने से बंद करवाओ। अब क्या कहीं मिल गया ना धरने, तो भैया 3 साल की करा दूंगा अंदर सीधी जेल, कोई नहीं छोड़ने वाला फिर। ठीक है? ठीक है। तो ये लो आप कागज़ लो और जाओ लेके। आखिरकार लंबी लड़ाई के बाद आज सुशांत सिंह को इंसाफ मिल चुका है। दोस्तों, भारत में करोड़ों देशवासियों ने आज खुशी का माहौल है और पब्लिक भारत और अर्नब बिजलानी ने कहा था कि जब तक तोड़ेंगे नहीं तब तक छोड़ेंगे नहीं, और आज भारत देश में लोकतंत्र की जीत हुई है। दोस्तों, मिलते हैं बहुत जल्दी ब्रेक के बाद। बापू उतारो उतारो जल्दी बापू। कोई मर गया करोड़पति फांसी लैके सुनिया, लखां मरदे किसाने उदों बोले इत्थे कोई ना। उमर नियाणी विच मोढे उत्ते कही आ गई, साडी रुल गई जवानी किथे, फरोले इत्थे कोई ना। नेतियां दी कावां रूली पैंदी अखबार विच, वारी साडी जदों आउंदी पैंदे रोले इत्थे कोई ना। कंगना दे घर दी मैं सुनिया ए कंध डिगी, जिमीदारां दे डिगे दिसदे कोले इत्थे कोई ना। पो माघ दियां रातां उत्ते हड़ दे दुपहरे कट, ओह रुल गई फसल मंडी तोले इत्थे कोई ना। साडी चीज़ उत्ते लैना मुੱਲ साडा हक नहीं, टीवी अखबारां विच साडा पूरता कोई पक्ष नहीं। झूठा लाउंदे रहिंदे नारा जय किसान ते जवान दा, मेरा इन्ना सी कसूर कि मैं पुੱਤ सी किसान दा। मेरा इन्ना सी कसूर मैं पुੱਤ सी किसान दा।